ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਬਿਰਤੀਆਂ ਨੂੰ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਹਾਜ਼ਰ ਕਰਨਾ ਕਰੋ, ਕਿਉਂਕਿ ਮਨ ਗੁਰਬਾਣੀ ਸੁਣੇ ਬੜਾ ਜ਼ਰੂਰੀ ਹੈ। ਗੁਰਬਾਣੀ ਨਾ ਸੁਣਨ ਕਰਕੇ ਮਨ ਭਰਮਾਂ ਵਿੱਚ ਭੁਲੇਖਿਆਂ ਵਿੱਚ ਪੈ ਗਿਆ ਹੈ। ਮਨਮੁਖਤਾ ਦੇ ਕਾਰਨ ਬਹੁਤੀਆਂ ਰਾਹਾਂ ਤੇ ਭੁੱਲਾ ਫਿਰਦਾ ਹੈ। ਮਨਮੁਖ ਭੁੱਲਾ ਬਹੁਤੀ ਰਾਹੀਂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਨਾਮ ਜਪਣ ਵਾਸਤੇ, ਸ਼ੁਭ ਕੰਮ ਕਰਨ ਵਾਸਤੇ, ਸ਼ੁਭ ਦਾ ਭਾਵ ਚੰਗੇ ਕੰਮ ਕਰਨ ਵਾਸਤੇ, ਕਿਉਂਕਿ ਬੰਦਾ ਕਰਮ ਕਰਦਾ ਹੈ। ਦੁਨੀਆ ਵਿੱਚ ਤਾਂ ਸਾਰੇ ਸਾਥ ਦਿੰਦੇ ਹਨ, ਸੁੱਖ ਮੈਂ ਬਹੁ ਸੰਗੀ ਭਏ, ਸਾਰੇ ਸੰਗੀ ਹੁੰਦੇ ਹਨ ਸੁੱਖ ਵੇਲੇ, ਪਰ ਦੁੱਖ ਵੇਲੇ ਕੋਈ ਸਾਥੀ ਨਹੀਂ ਹੁੰਦਾ। ਦੁੱਖ ਮੈਂ ਸੰਗ ਨਾ ਕੋਏ। ਅੱਗੋਂ ਸਤਿਗੁਰਾਂ ਨੇ ਨਾਮ ਜਪਣ ਲਈ ਪ੍ਰੇਰਣਾ ਦਿੱਤੀ ਹੈ ਕਿ ਜੇ ਤੂੰ ਨਾਮ ਜਪੇਂਗਾ ਅਕਾਲ ਪੁਰਖ ਵਾਹਿਗੁਰੂ ਜੀ ਦਾ, ਨਾਮ ਜਪਦਿਆਂ ਤੇਰਾ ਜੀਵਨ, ਤੇਰਾ ਮਨ ਜਿਹੜਾ ਹੈ ਸਿੱਧਾ ਤੁਰਨ ਲੱਗ ਪਵੇਗਾ, ਕਰਮ ਚੰਗੇ ਕਰੇਗਾ, ਕੰਮ ਚੰਗੇ ਕਰਨ ਲੱਗ ਪਵੇਗਾ। ਜੇ ਅੱਖਾਂ ਮੀਟ ਕੇ ਅੰਧੇ ਕੰਮ ਕਰਦਾ ਹੈ, ਭੈੜੇ ਕੰਮ ਕਰਦਾ ਹੈ, ਮਾੜੇ ਕੰਮ ਕਰਦਾ ਹੈ, ਫਿਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ, ਅੰਧੀ ਕੰਮੀ ਅੰਧ ਸਜਾਏ। ਅੰਧੇ ਕੰਮਾਂ ਦੀ ਅੰਧੀ ਸਜ਼ਾ ਫਿਰ ਮਿਲਦੀ ਹੀ ਮਿਲਦੀ ਹੈ। ਇਸ ਮਨ ਨੂੰ ਸਮਝਾਉਣਾ ਹੈ, ਮਨ ਨੂੰ ਗੁਰੂ ਤੇ ਲੜ ਲਾਉਣਾ ਹੈ। ਗੁਰਬਾਣੀ ਸਾਡੀ ਗੁਰੂ ਹੈ। ਗੁਰਬਾਣੀ ਇਸ ਜਗ ਮਹਿ ਚਾਨਣ, ਚਾਨਣਾ ਦਿੰਦੀ ਹੈ। ਚਾਨਣੇ ਵਿੱਚ ਸੱਟਾਂ ਨਹੀਂ ਲੱਗਦੀਆਂ, ਠੁੱਡੇ ਨਹੀਂ ਵੱਜਦੇ। ਹਨੇਰੇ ਵਿੱਚ ਕਮਰੇ ਵਿੱਚ ਆਓ, ਕਿਸੇ ਬਿਲਡਿੰਗ ਵਿੱਚ ਆਓ, ਰਾਹ ਵਿੱਚ ਤੁਰੇ ਜਾਓ, ਠੇਡੇ ਵੱਜ ਜਾਂਦੇ ਹਨ, ਕੁਰਸੀਆਂ ਵੱਜ ਜਾਂਦੀਆਂ ਹਨ, ਕਮਰਿਆਂ ਵਿੱਚ ਕਈ ਚੀਜ਼ਾਂ ਪਈਆਂ ਹੋਈਆਂ ਲੱਤਾਂ ਤੇ ਵੱਜ ਜਾਂਦੀਆਂ ਹਨ, ਕਿਉਂਕਿ ਹਨੇਰਾ ਹੈ। ਤਿਵੇਂ ਦੁਨੀਆ ਦੇ ਹਨੇਰੇ ਵਿੱਚ ਇਹ ਮਨ ਸੱਟਾਂ ਖਾਂਦਾ ਰਹਿੰਦਾ ਹੈ, ਤੇ ਸੱਟ ਜਦੋਂ ਵੱਜਦੀ ਹੈ ਤੇ ਦਰਦ ਹੁੰਦੀ ਹੈ, ਭਾਵੇਂ ਫਿਜ਼ੀਕਲੀ ਬੋਡੀ ਨੂੰ ਲੱਗੇ, ਹੱਥਾਂ ਪੈਰਾਂ ਲੱਤਾਂ ਕਿਤੇ ਵੀ ਸਰੀਰ ਤੇ ਸੱਟ ਲੱਗੇ, ਦਰਦ ਮਹਿਸੂਸ ਹੁੰਦੀ ਹੈ। ਜਦੋਂ ਅੰਧੇ ਕੰਮ ਕਰਦਾ ਹੈ, ਭੈੜੇ ਕਰਮ ਕਰਦਾ ਹੈ, ਫਿਰ ਮਨ ਨੂੰ ਸੱਟਾਂ ਲੱਗਦੀਆਂ ਹਨ, ਫਿਰ ਮਨ ਨੂੰ ਦਰਦ ਹੁੰਦੀ ਹੈ। ਕਹਿ ਵੀ ਨਹੀਂ ਸਕਦਾ ਕਿਸੇ ਨੂੰ। ਗੁਰਬਾਣੀ ਦੇ ਲੜ ਲੱਗ ਜਾਵੇ, ਗੁਰਬਾਣੀ ਦਾ ਕਿਹਾ ਮੰਨੇ, ਤਾਂ ਇਸ ਮਨ ਨੂੰ ਰਾਹ ਲੱਭ ਜਾਂਦਾ ਹੈ। ਚਾਨਣਾ ਅੰਦਰ ਪ੍ਰਗਟ ਹੋ ਜਾਂਦਾ ਹੈ, ਚੰਗਾ ਕੀ ਹੈ, ਮਾੜਾ ਕੀ ਹੈ, ਸਮਝ ਪੈ ਜਾਂਦੀ ਹੈ। ਪਿਆਰਿਓ, ਸ਼ਬਦ ਹੈ ਸਤਿਗੁਰਾਂ ਦਾ 897 ਅੰਗ ਹੈ, 897।
ਰਾਮ ਕਲੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਹਨ, ਰਾਮ ਕਲੀ ਮਹੱਲਾ ਪੰਜਵਾਂ। ਜੇ ਤੂੰ ਮਨਾ ਨਾਮ ਜਪੇਂਗਾ, ਸਤਨਾਮ ਸ੍ਰੀ ਵਾਹਿਗੁਰੂ, ਕੋਟ ਜਨਮ ਕੇ ਬਿਨਸੇ ਪਾਪ, ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪ ਕਈ ਵਾਰੀ ਉਹਦੇ ਫਲ ਅੱਗੇ ਆ ਜਾਂਦੇ ਹਨ। ਪੁਰਬਲੇ ਜਨਮਾਂ ਦਾ ਕੀਤਾ ਹੋਇਆ ਸਾਹਮਣੇ ਆ ਜਾਂਦਾ ਹੈ। ਇਹ ਮਨ, ਇਹ ਬੰਦਾ, ਇਹ ਦੇਹ ਦੁੱਖ ਪਾਉਂਦੀ ਹੈ। ਮਨ ਦੇ ਨਾਲ ਨਾਲ ਦੇਹ ਵੀ ਦੁੱਖ ਪਾਉਂਦੀ ਹੈ, ਕਿਉਂਕਿ ਤਨ ਤੇ ਮਨ ਇਕੱਠੇ ਰਹਿੰਦੇ ਹਨ। ਜੇ ਮਨ ਦੁਖੀ ਹੈ, ਤਨ ਵੀ ਦੁਖੀ ਰਹਿੰਦਾ ਹੈ, ਦੇਹ ਵੀ ਦੁਖੀ ਰਹਿੰਦੀ ਹੈ। ਤਨ ਤਾਂ ਹੀ ਸੁਖੀ ਰਹਿੰਦਾ ਹੈ ਜੇ ਮਨ ਸੁਖੀ ਹੈ। ਜੇ ਮਨ ਨਹੀਂ ਸੁਖੀ ਤੇ ਤਨ ਵੀ ਅਧਮੋਇਆ ਹੋਇਆ ਰਹਿੰਦਾ ਹੈ, ਹੈਪੀ ਨਹੀਂ ਰਹਿੰਦਾ, ਖੁਸ਼ ਨਹੀਂ ਰਹਿੰਦਾ, ਕਿਉਂਕਿ ਮਨ ਹੈਪੀ ਨਹੀਂ, ਮਨ ਸੁਖੀ ਨਹੀਂ। ਸਤਿਗੁਰੂ ਜੀ ਫਰਮਾਉਂਦੇ ਹਨ, ਕੋਟ ਜਨਮ ਕੇ ਬਿਨਸੇ ਪਾਪ, ਤੇਰੇ ਕਰੋੜਾਂ ਜਨਮਾਂ ਦੇ ਕੀਤੇ ਪਾਪ ਖਤਮ ਹੋ ਜਾਂਦੇ ਹਨ। ਜਿਵੇਂ ਇੱਕ ਤੀਲੀ ਮਾਚਿਸ ਦੇ ਨਾਲ ਲੱਖਾਂ ਮਣ ਲੱਕੜ ਸੜ ਸਕਦੀ ਹੈ। ਮਣਾ ਮੂੰਹ ਜੰਗਲ ਸੜ ਜਾਂਦੇ ਹਨ, ਘਾਹ ਸੜ ਜਾਂਦੇ ਹਨ। ਤੇਰੇ ਜਨਮਾਂ ਜਨਮਾਂ ਦੇ ਪਾਪ ਵੀ ਖਤਮ ਹੋ ਜਾਣਗੇ। ਤੂੰ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਹਰ ਹਰ ਜਪਤ ਨਾਹੀ ਸੰਤਾਪ, ਜਿਵੇਂ ਤਾਪ ਹਨ ਤਿਵੇਂ ਅੰਦਰ ਸੰਤਾਪ ਲੱਗਾ ਰਹਿੰਦਾ ਹੈ, ਮਨ ਸ਼ਾਂਤ ਨਹੀਂ ਰਹਿੰਦਾ। ਜੇ ਹਰ ਹਰ ਜਪਦਾ ਰਵੇਂਗਾ, ਪਹਿਲਿਆਂ ਸਮਿਆਂ ਵਿੱਚ ਦੁਨੀਆ ਦੇ ਲੋਕ ਬਹੁਤ ਜਪਿਆ ਕਰਦੇ ਸਨ, ਹਰ 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 ਹਰ, ਕਿਉਂਕਿ ਹਰ ਇੱਕ ਵਿੱਚ ਵਸ ਰਹੇ ਹਨ ਵਾਹਿਗੁਰੂ ਜੀ। ਅੱਜ ਵੀ ਸਤਿਗੁਰੂ ਜੀ ਫਰਮਾਉਂਦੇ ਹਨ, ਹਰ ਹਰ ਤੇਰਾ ਨਾਮ ਹੈ, ਦੁੱਖ ਮੇਟਣ ਹਾਰਾ। ਹਰ ਕਾ ਨਾਮ ਤੇ ਆਏ ਕੇ ਹੋ ਹਰਿਆ ਭਾਈ, ਕਰਮ ਲਿਖਨ ਤੇ ਪਾਈਏ ਇਹ ਰੁੱਤ ਸੁਹਾਈ। ਅੱਜ ਵੀ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦਾ ਪਾਠ ਕਰਦੇ ਹਾਂ, ਪਤਾ ਨਹੀਂ ਕਿਤਨੀ ਵਾਰੀ ਮੂੰਹ ਹਰ ਨਿਕਲ ਜਾਂਦਾ ਹੈ। ਹਰ ਮਿਲਣਾ ਨੋ ਮਨ ਲੋਚਦਾ, ਹਰ ਮਿਲਣਾ ਕੀ ਇਹ ਨਿਸ਼ਾਨੀ। ਹਰ ਹਰ ਜਪਤ ਨਾਹੀ ਸੰਤਾਪ, ਹਰ ਹਰ ਜਪਿਆ ਕਰ ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਸਤਨਾਮ ਸਤਨਾਮ ਜਪਿਆ ਕਰ, ਮੂਲ ਮੰਤਰ ਪੜਿਆ ਕਰ ਏਕ ਓੰਕਾਰ ਸਤਨਾਮ ਕਰਤਾ ਪੁਰਖ। ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਅੱਗੋਂ ਜੋ ਹੁਕਮ ਹਨ ਉਂਝ ਜਪਿਆ ਕਰ। ਜਪ ਕਿਹਨੂੰ ਜਪਿਆ ਕਰ? ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਵੀ ਸੱਚ। ਜੋ ਆਦਿ ਵਿੱਚ ਵੀ ਸੱਚ ਹਨ, ਜੁਗਾਂ ਦੇ ਵਿੱਚ ਵੀ ਸੱਚੇ ਹਨ ਵਾਹਿਗੁਰੂ ਜੀ। ਪ੍ਰੈਜ਼ੈਂਟ ਟਾਈਮ ਤੇ ਹੁਣ ਵੀ ਉਹੀ ਉਹ ਸੱਚੇ ਵਾਹਿਗੁਰੂ ਜੀ ਸਾਰੇ ਸੰਸਾਰ ਨੂੰ, ਸਾਰੇ ਜੀਆਂ ਨੂੰ ਸੰਭਾਲ ਰਹੇ ਹਨ। ਉਹਨਾਂ ਨੂੰ ਜਪਣਾ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ। ਸਾਰੇ ਸੰਤਾਪ ਚਲੇ ਜਾਣਗੇ। ਗੁਰ ਕੇ ਚਰਨ ਕਮਲ ਮਨ ਵਸੇ, ਜਦੋਂ ਸਤਿਗੁਰੂ ਜੀ ਦੇ ਚਰਨ ਕਮਲਾਂ ਵੱਲ ਮਨ ਚਲਾ ਗਿਆ, ਮਨ ਵਿੱਚ ਗੁਰੂ ਦੇ ਚਰਨ ਵਸ ਗਏ। ਮਹਾਬਿਕਾਰ, ਵੱਡੇ ਵੱਡੇ ਮਹਾਬਿਕਾਰ, ਕਿਉਂਕਿ ਮਨ ਸਤਿਗੁਰਾਂ ਤੋਂ ਦੂਰ ਹੋਣ ਕਰਕੇ ਵਿਕਾਰ ਕਮਾਉਂਦਾ ਹੈ।
ਵਿਕਾਰਾਂ ਵਿੱਚ, ਭੈੜਿਆਂ ਕੰਮਾਂ ਵਿੱਚ, ਬੁਰਿਆਂ ਕੰਮਾਂ ਵਿੱਚ, ਵਿਸ਼ਿਆਂ ਵਿਕਾਰਾਂ ਵਿੱਚ, ਪਤਾ ਨਹੀਂ ਕਿਹੜੇ ਕਿਹੜੇ ਇਹ ਵਿਕਾਰ ਕਮਾਉਂਦਾ ਰਹਿੰਦਾ ਹੈ। ਜਦੋਂ ਮੱਥਾ ਟੇਕਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ, ਗੁਰ ਕੇ ਚਰਨ ਕਮਲ ਮਨ ਵਸੇ, ਜਦੋਂ ਮਨ ਵਿੱਚ ਗੁਰੂ ਦੇ ਚਰਨ ਵਸ ਜਾਂਦੇ ਹਨ, ਧਿਆਨ ਜੁੜਿਆ ਰਹਿੰਦਾ ਹੈ ਸਤਿਗੁਰਾਂ ਦੇ ਚਰਨਾਂ ਵੱਲ, ਮਹਾ ਵਿਕਾਰ ਤਨ ਤੇ ਸਭ ਨਸੇ, ਮਹਾ ਵੱਡੇ ਵੱਡੇ ਵਿਕਾਰ ਜਿਹੜੇ ਹਨ ਇਸ ਬੋਡੀ ਵਿੱਚੋਂ, ਇਸ ਤਨ ਵਿੱਚੋਂ, ਇਸ ਦੇਹ ਵਿੱਚੋਂ, ਇਸ ਸਰੀਰ ਵਿੱਚੋਂ ਨਸ ਜਾਂਦੇ ਹਨ। ਬੰਦਾ ਨਾਮ ਜਪਦਾ ਹੈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਬੰਦਗੀ ਕਰਦਾ ਹੈ, ਸਰਬੱਤ ਦਾ ਭਲਾ ਮੰਗਦਾ ਹੈ, ਕਿਸੇ ਦਾ ਬੁਰਾ ਨਹੀਂ ਲੋਟਦਾ, ਕਹਿੰਦਾ ਰਹਿੰਦਾ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਸਾਰਿਆਂ ਨੂੰ ਆਪਣਾ ਸਮਝਦਾ ਹੈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨਿਆਈ। ਸਤਿਗੁਰੂ ਜੀ ਫਰਮਾਉਂਦੇ ਹਨ, ਗੋਪਾਲ ਕੋ ਜਸ ਗਾਓ ਪ੍ਰਾਣੀ। ਗੋਪਾਲ ਵਾਹਿਗੁਰੂ ਜੀ, ਜਿਵੇਂ ਧੰਨਾ ਜੀ ਨੇ ਕਿਹਾ ਹੈ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਮ ਤੇ ਤਿਨਕੇ ਕਾਜ ਸਵਾਰਤਾ। ਗੋਪਾਲ ਜੀ ਦੇ, ਵਾਹਿਗੁਰੂ ਜੀ ਦੇ, ਅਕਾਲ ਪੁਰਖ ਜੀ ਦੇ ਬੜੇ ਨਾਮ ਹਨ ਜਿਨ੍ਹਾਂ ਨੇ ਸਾਨੂੰ ਸਿਰਜਿਆ ਹੈ ਮਾਂ ਦੀ ਕੁੱਖ ਵਿੱਚ, ਸਾਡਾ ਰੂਪ ਰੰਗ ਬਣਾਇਆ ਹੈ, ਇਹ ਹਿਊਮਨ ਬੋਡੀ ਸਾਨੂੰ ਦਿੱਤੀ ਹੈ, ਮਾਨਸ ਜਨਮ ਦਿੱਤਾ ਹੈ। ਬੰਦੇ ਨੇ ਭੁਲਾ ਦਿੱਤਾ ਹੈ ਰੱਬ ਨੂੰ। ਸਤਿਗੁਰੂ ਜੀ ਫਰਮਾਉਂਦੇ ਵੀ ਹਨ, ਮਾਨਸ ਜਨਮ ਦਿਓ ਜਿਹ ਠਾਕੁਰ, ਸੋ ਤੈਂ ਕਿਉਂ ਬਿਸਰਾਇਓ। ਗੋਪਾਲ ਕੋ ਜਸ ਗਾਓ ਪ੍ਰਾਣੀ। ਇਹ ਪ੍ਰਾਣੀ, ਪ੍ਰਾਣੀ ਤਾਂ ਕਹੀਦਾ ਹੈ, ਆ ਜਿਹੜੇ ਸਾਹ ਹਨ ਇਹਨਾਂ ਨੂੰ ਪ੍ਰਾਣ ਫਰਮਾਉਂਦੇ ਹਨ ਸਤਿਗੁਰੂ ਜੀ। ਸਾਹ ਵੀ ਕਹਿ ਦੇਈਦਾ ਹੈ, ਬ੍ਰੈਥ ਵਗੈਰਾ, ਗੁਰਬਾਣੀ ਵਿੱਚ ਪ੍ਰਾਣ ਫਰਮਾਇਆ ਹੈ। ਜੇ ਪ੍ਰਾਣ ਹੈਗੇ ਤੇ ਬੰਦਾ ਪ੍ਰਾਣੀ ਹੈ, ਜੇ ਪ੍ਰਾਣ ਚਲੇ ਗਏ, ਮੁੱਕ ਗਏ, ਸਾਹ ਮੁੱਕ ਗਏ, ਫਿਰ ਕਿਹਨੇ ਪ੍ਰਾਣੀ ਕਹਿਣਾ ਹੈ। ਇਹ ਪ੍ਰਾਣੀ ਗੋਪਾਲ ਦਾ ਜਸ ਗਾਇਆ ਕਰ, ਸਤਨਾਮ ਸ੍ਰੀ ਵਾਹਿਗੁਰੂ। ਆ ਕਥ ਕਥਾ ਸਾਚੀ, ਪ੍ਰਭ ਪੂਰਨ ਜੋਤੀ ਜੋਤ ਸਮਾਣੀ। ਆ ਕਥ ਕਥਾ ਹੈ ਸੱਚੇ ਵਾਹਿਗੁਰੂ ਜੀ ਦੀ, ਸਾਚੀ ਪ੍ਰਭ ਪੂਰਨ। ਦੁਨੀਆ ਕਰਦੀ ਹੈ ਕਥਾ ਕਹਾਣੀਆਂ ਪੜ੍ਹਦੀ ਹੈ, ਪਰ ਵਾਹਿਗੁਰੂ ਜੀ ਦੀ ਕਥਾ ਕਹੀ ਨਹੀਂ ਜਾ ਸਕਦੀ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਲੋਕ ਕਹਿ ਕਹਿ ਕੇ ਚਲੇ ਗਏ, ਉਹ ਅਕਥ ਹਨ। ਜੋਤੀ ਜੋਤ ਸਮਾਣੀ, ਜਿਹੜੇ ਨਾਮ ਜਪਦੇ ਹਨ ਉਹਨਾਂ ਦੀ ਜੋਤ ਮਾਲਕ ਦੇ ਚਰਨਾਂ ਦੇ ਵਿੱਚ ਮਨ ਜੋੜਨ ਕਰਕੇ ਹਿਰਦੇ ਵਿੱਚ ਜੋਤ ਜਗ ਜਾਂਦੀ ਹੈ, ਉਹ ਸਮਾ ਜਾਂਦੇ ਹਨ ਸਤਿਗੁਰਾਂ ਦੇ ਵਿੱਚ। ਰਹਾਉ ਤ੍ਰਿਸ਼ਨਾ ਭੂਖ ਸਭ ਨਾਸੀ। ਆ ਜਿਹੜੀ ਤ੍ਰਿਸ਼ਨਾ ਹੈ, ਜਿਵੇਂ ਰੋਟੀ ਦੀ ਭੁੱਖ ਲੱਗੀ ਰਹਿੰਦੀ ਹੈ, ਆ ਮਿਲ ਜਾਵੇ, ਉਹ ਮਿਲ ਜਾਵੇ,
ਇਹ ਤ੍ਰਿਸ਼ਨਾ ਦੀ ਭੁੱਖ ਵੀ ਬੜੀ ਲੱਗੀ ਰਹਿੰਦੀ ਹੈ ਬੰਦੇ ਨੂੰ, ਬੰਦੀ ਨੂੰ। ਰੋਟੀ ਖਾ ਕੇ ਤੇ ਬੰਦਾ ਰੱਜ ਜਾਂਦਾ ਹੈ, ਪ੍ਰਸ਼ਾਦਾ ਛਕ ਕੇ, ਪਰ ਤ੍ਰਿਸ਼ਨਾ ਦੀ ਭੁੱਖ ਨਹੀਂ ਬੁੱਝਦੀ। ਕੋਈ ਵਿਰਲਾ ਹੈ ਗੁਰੂ ਵਾਲਾ, ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ, ਕੋਈ ਭਿੱਜੀ ਹੋਈ ਰੂਹ ਜਿਹੜੀ ਹੈ, ਉਹਦੀ ਭੁੱਖ ਮਿਟਦੀ ਹੈ। ਨਹੀਂ ਤਾਂ ਇਹ ਤ੍ਰਿਸ਼ਨਾ ਦੀ ਭੁੱਖ ਸਾਰੇ ਸੰਸਾਰ ਨੂੰ ਲੱਗੀ ਹੋਈ ਹੈ। ਸਤਿਗੁਰਾਂ ਦੇ ਹੁਕਮ ਹਨ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ। ਕਰੋੜਾਂ ਵੀ ਜੋੜ ਲਵੇ ਬੰਦਾ, ਲੱਖਾਂ ਕਰੋੜਾਂ ਇਕੱਠਾ ਕਰ ਲਵੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ। ਜੋਰੇ ਦਾ ਭਾਵ ਜੋੜੀ ਜਾਵੇ, ਲੱਖ ਕਰੋੜੇ, ਲੱਖਾਂ ਕਰੋੜਾਂ ਜੋੜ ਲਵੇ, ਮਨ ਨਾ ਹੋਰੇ, ਮਨ ਕਦੀ ਵੀ ਨਹੀਂ ਰੱਜਦਾ। ਇਹ ਐਸੀ ਭੁੱਖ ਹੈ। ਕੋਟ ਜੋਰੇ ਲੱਖ ਕਰੋੜੇ, ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁੱਝੀ ਹੈ, ਹੋਰ ਆ ਜਾਵੇ, ਹੋਰ ਆ ਜਾਵੇ, ਹੋਰ ਆ ਜਾਵੇ। ਇਹ ਭੁੱਖ ਨਹੀਂ ਜਾਂਦੀ। ਜੇ ਗੁਰੂ ਦੇ ਚਰਨ ਪਰਸੀਏ, ਗੁਰੂ ਦੇ ਲੜ ਲੱਗ ਜਾਈਏ, ਤਾਂ ਇਹ ਭੁੱਖ ਨੱਸ ਜਾਂਦੀ ਹੈ। ਰਹਾਉ ਤੋਂ ਅੱਗੇ ਸਤਿਗੁਰੂ ਜੀ ਫਰਮਾਉਂਦੇ ਹਨ, ਤ੍ਰਿਸ਼ਨਾ ਭੂਖ ਸਭ ਨਾਸੀ, ਸੰਤ ਪ੍ਰਸਾਦ ਜਪਿਆ ਅਬਨਾਸੀ। ਸੰਤਾਂ ਦੀ ਕਿਰਪਾ ਨਾਲ ਗੁਰ ਸੰਤ ਜਨੋਂ ਪਿਆਰਾ ਮੈਂ ਮਿਲਿਆ। ਗੁਰੂ ਸੰਤ ਹਨ। ਹਮਰੋ ਕਰਤਾ ਵੱਡੋ ਵਿਵੇਕੀ, ਆਪੇ ਸੰਤ ਕਹਾਵੇ। ਜਿਹੜੇ ਵੀ ਨਾਮ ਜਪਣ ਵਾਲੇ ਪੂਰਨ ਹਨ, ਜਿਹੜੇ ਪੂਰਨ ਜੋਤ ਵਿੱਚ ਸਮਾ ਜਾਂਦੇ ਹਨ, ਜਿਵੇਂ ਹੁਣੇ ਪੜ੍ਹਿਆ, ਅਕਥ ਕਥਾ ਸਾਚੀ, ਪ੍ਰਭ ਪੂਰਨ ਜੋਤੀ। ਜੋਤ ਸਮਾਣੀ, ਜੋਤ ਵਿੱਚ ਮਿਲ ਜਾਂਦੇ ਹਨ। ਐਸੇ ਸੰਤ ਜਿਹੜੇ ਹਨ, ਗੁਰੂ ਰੂਪ ਹਨ। ਭੁੱਲਿਆਂ ਹੋਇਆਂ ਨੂੰ ਸੋਝੀ ਦੇਣ ਵਾਲੇ ਹਨ, ਮੱਤ ਦੇਣ ਵਾਲੇ ਹਨ, ਸੁਮਤੀ ਬਖਸ਼ਿਸ਼ ਕਰਨ ਵਾਲੇ ਹਨ। ਉਹਨਾਂ ਦੀ ਕਿਰਪਾ ਨਾਲ, ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਇਸ ਵੇਲੇ ਸਮਝਾ ਰਹੇ ਹਨ, ਅਬਨਾਸੀ ਵਾਹਿਗੁਰੂ ਜੀ ਨੂੰ ਜਪਾ ਰਹੇ ਹਨ ਕਿ ਭਾਈ ਨਾਮ ਜਪੋ ਅਕਾਲ ਪੁਰਖ ਜੀ ਦਾ। ਸਾਰੀਆਂ ਮੈਲਾਂ ਲੈ ਜਾਂਦੀਆਂ ਹਨ। ਅਬਨਾਸੀ ਜੀਨ ਕੋ ਦਾਤਾ ਸਿਮਰਤ, ਸਭ ਮਲ ਖੋਈ। ਗੁਣ ਨਿਧਾਨ ਭਗਤਨ ਕੋ ਵਰਤਨ, ਬਿਰਲਾ ਪਾਵੇ ਕੋਈ। ਪਰ ਕੋਈ ਵਿਰਲਾ ਇਸ ਗੱਲ ਨੂੰ ਪਾਉਂਦਾ ਹੈ ਆਪਣੇ ਸੰਪਟ ਵਿੱਚ, ਡੱਬੇ ਵਿੱਚ, ਮਨ ਵਿੱਚ, ਹਿਰਦੇ ਵਿੱਚ। ਜੇ ਮਿਹਰ ਹੋ ਜਾਵੇ, ਕਿਰਪਾ ਹੋ ਜਾਵੇ, ਸੰਤ ਪ੍ਰਸਾਦ ਜਪਿਆ ਅਬਨਾਸੀ। ਅਬਨਾਸੀ ਨਾਮ, ਕਿਉਂਕਿ ਸਾਡਾ ਤੇ ਵਿਨਾਸ਼ ਹੋ ਜਾਣਾ ਹੈ। ਜਦੋਂ ਸਾਡਾ ਸਮਾਂ ਮੁੱਕ ਗਿਆ, ਜਦੋਂ ਜ਼ਿੰਦਗੀ ਦੇ ਦਿਨ ਮੁੱਕ ਗਏ, ਨਾ ਸਾਡੀ ਆ ਦੇਹ ਰਹਿਣੀ ਹੈ, ਨਾ ਜਿਹੜਾ ਵਿੱਚ ਬੋਲ ਰਿਹਾ ਹੈ ਉਹਨੇ ਰਹਿਣਾ ਹੈ। When the days life are over, then the body and soul are separated. ਉਦੋਂ ਐ ਮਨਾ, ਐ ਬੰਦਿਆ ਤੂੰ ਕੀ ਕਰੇਂਗਾ? What can you do then? ਫਿਰ ਕੀ ਕਰ ਸਕੇਂਗਾ? ਕੁਝ ਨਹੀਂ ਕਰ ਸਕੇਂਗਾ। ਪੂਰਨ ਸੰਤਾਂ ਮਹਾਂਪੁਰਖਾਂ ਦੀ, ਸਤਿਗੁਰਾਂ ਦੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ, ਕਿਉਂਕਿ ਸਾਡਾ ਵਿਨਾਸ਼ ਹੋ ਜਾਣਾ ਹੈ, ਸਾਡੀ ਦੇਹ ਕਿਤੇ, ਬੋਲਣ ਵਾਲਾ ਵਿਚਲਾ ਕਿਤੇ, ਰਾਹ ਵੱਖਰੇ ਵੱਖਰੇ ਹਨ। ਅਬਨਾਸੀ ਅਕਾਲ ਪੁਰਖ ਜੀ ਨੂੰ ਜਪਾਂਗੇ
ਸਾਡਾ ਭਲਾ ਹੋ ਜਾਵੇਗਾ। ਜਿੱਥੋਂ ਆਏ ਹਾਂ ਉਹਨਾਂ ਵਿੱਚ ਸਮਾ ਜਾਵਾਂਗੇ। ਜਿਹੜੇ ਜਿਹੜੇ ਗੁਰੂ ਦਾ ਬਚਨ ਮੰਨ ਕੇ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਜੀ, ਸੇਵਾ ਕਰਦੇ ਹਨ ਇਹਨਾਂ ਹੱਥਾਂ ਦੇ ਨਾਲ, ਰਾਤੀ ਦਿਨੇ ਸੇਵਾ ਵਿੱਚ ਲੱਗੇ ਰਹਿੰਦੇ ਹਨ, ਨਾਮ ਜਪਦੇ ਹਨ ਸਤਨਾਮ 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 ਵਾਹਿਗੁਰੂ। ਰੈਨ ਦਿਨਸ ਪ੍ਰਭ ਸੇਵ ਕਮਾਨੀ, ਇਹ ਨਿਸ਼ਾਨੀ ਹੈ ਮਾਲਕ ਨੂੰ ਮਿਲਣ ਦੀ। ਸੇਵਾ ਕਰਨੀ, ਰਾਤ ਦਿਨੇ ਨਾਮ ਜਪਣਾ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਰੈਨ ਦਿਨਸ ਪ੍ਰਭ ਸੇਵ ਕਮਾਨੀ, ਹਰ ਮਿਲਣ ਕੀ ਇਹ ਨਿਸ਼ਾਨੀ, ਇਹ ਨਿਸ਼ਾਨੀ ਹੈ ਮਾਲਕ ਨੂੰ ਮਿਲਣ ਦੀ। ਜੇ ਮਨ ਸੇਵਾ ਵਿੱਚ ਲੱਗ ਜਾਵੇ, ਸਿਮਰਨ ਵਿੱਚ ਲੱਗ ਜਾਵੇ, ਬੰਦਗੀ ਵਿੱਚ ਲੱਗ ਜਾਵੇ, ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਵੇ, ਕਰਮ ਚੰਗੇ ਕਰਨ ਲੱਗ ਪਵੇ, ਜੰਜਾਲਾਂ ਤੋਂ ਬਚ ਜਾਂਦਾ ਹੈ। ਆ ਮਾਇਆ ਦਾ ਜੰਜਾਲ, ਬੜੇ ਜੰਜਾਲ ਹਨ ਕਿਉਂਕਿ ਮਨ ਜੰਜਾਲ ਵਿੱਚ ਫਸਿਆ ਹੋਇਆ ਹੈ। ਜੰਜਾਲ ਵਿੱਚੋਂ ਨਿਕਲਣਾ ਬੜਾ ਔਖਾ ਹੈ। ਇਹ ਜੰਜਾਲ ਏਡਾ ਵੱਡਾ ਹੈ, ਕੋਈ ਵਿਰਲਾ ਭਾਗਾਂ ਵਾਲਾ ਗੁਰੂ ਦੇ ਲੜ ਲੱਗ ਕੇ ਗੁਰੂ ਦਾ ਬਚਨ ਮੰਨ ਕੇ ਨਿਕਲ ਸਕਦਾ ਹੈ, ਨਹੀਂ ਤਾਂ ਇਸੇ ਜੰਜਾਲ ਵਿੱਚ ਹੀ ਮਨ ਜੰਜਾਲੀ ਵੇੜਿਆ ਕਹਿੰਦੇ ਨੇ ਜਿਵੇਂ ਕੋਈ ਚੀਜ਼ ਲਪੇਟੀ ਪਈ ਹੋਵੇ, ਰੱਸੇ ਨਾਲ ਬੰਨੀ ਪਈ ਹੋਵੇ, ਉਂਝ ਮਨ ਜੰਜਾਲਾਂ ਦੇ ਵਿੱਚ ਵੇੜਿਆ ਹੋਇਆ ਹੈ। ਮਨ ਨੇ ਆਪਣੇ ਆਪ ਨੂੰ ਜੰਜਾਲਾਂ ਦੇ ਆਲੇ ਦੁਆਲੇ ਲਪੇਟਿਆ ਹੋਇਆ ਹੈ। ਮਨ ਜੰਜਾਲੀ ਵੇੜਿਆ ਵਾਹਿਗੁਰੂ ਨੂੰ ਭੁੱਲ ਬਹਿੰਦਾ ਹੈ। ਦੁਨੀਆ ਹੀ ਚੰਗੀ ਲੱਗਦੀ ਹੈ, ਦੁਨੀਆ ਦੇ ਪਦਾਰਥ ਚੰਗੇ ਲੱਗਦੇ ਹਨ। ਜੇ ਨਾਮ ਜਪੇ, ਸੇਵਾ ਕਰੇ, ਸਿਮਰਨ ਕਰੇ, ਬੰਦਗੀ ਕਰੇ, ਭਲਾ ਹੀ ਭਲਾ ਸਭ ਦਾ ਮੰਗੇ, ਤਾਂ ਸਤਿਗੁਰੂ ਜੀ ਹੁਕਮ ਕਰਦੇ ਹਨ, ਮਿਟੇ ਜੰਜਾਲ ਮਿਟ ਜਾਂਦੇ ਹਨ। ਮਿਟੇ ਜੰਜਾਲ ਹੋਏ ਪ੍ਰਭ ਦਿਆਲ, ਪ੍ਰਭੂ ਦਿਆਲ ਹੋ ਜਾਂਦੇ ਹਨ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰ ਦਿੰਦੇ ਹਨ, ਬਾਜਾਂ ਵਾਲੇ, ਕਲਗੀਆਂ ਵਾਲੇ ਦਇਆ ਕਰ ਦਿੰਦੇ ਹਨ, ਮਿਹਰ ਕਰ ਦਿੰਦੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਇਹ ਅੱਖਾਂ ਗੁਰੂ ਦੇ ਦੀਦਾਰ ਕਰਨ ਲੱਗ ਪੈਂਦੀਆਂ ਹਨ, ਅੱਖਾਂ ਗੁਰੂ ਵੱਲ ਦੇਖਣ ਲੱਗ ਪੈਂਦੀਆਂ ਹਨ, ਨਿਹਾਲ ਹੋ ਜਾਂਦੀਆਂ ਹਨ। ਗੁਰ ਕਾ ਦਰਸ਼ਨ ਦੇਖ ਨਿਹਾਲ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ। ਪਰਾ ਪੂਰਬਲਾ ਕਰਮ ਬਣ ਆਇਆ, ਕਈ ਵਾਰੀ ਪੂਰਬਲਾ ਕਰਮ ਵੀ ਚੰਗਾ ਹੁੰਦਾ ਹੈ, ਜਿਹੜਾ ਜੋੜ ਦਿੰਦਾ ਹੈ ਆਪਣੇ ਸਤਿਗੁਰੂ ਜੀ ਦੇ ਨਾਲ, ਉਹ ਵੀ ਬਣ ਆਉਂਦਾ ਹੈ। ਕਈ ਵਾਰੀ ਪਿਛਲੇ ਜਨਮ ਦੇ ਵਿੱਚ ਕੋਈ ਚੰਗਾ ਕਰਮ ਕੀਤਾ ਹੋਵੇ ਤਾਂ ਵੀ ਸਤਿਗੁਰੂ ਜੀ ਦਾ ਮਿਲਾਪ ਹੋ ਜਾਂਦਾ ਹੈ। ਸਤਿਗੁਰੂ ਜੀ ਦੀ ਬੜੀ ਲੋੜ ਹੈ, ਬਿਨਾਂ ਸਤਿਗੁਰੂ ਤੋਂ ਵਾਹਿਗੁਰੂ ਜੀ ਨੂੰ ਪਾਇਆ ਨਹੀਂ ਜਾਂਦਾ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਓ। ਪਰਾ ਪੂਰਬਲਾ ਕਰਮ ਬਣ ਆਇਆ, ਮਿਹਰ ਹੋ ਜਾਂਦੀ ਹੈ ਕਈ ਵਾਰੀ ਪਿਛਲੇ ਜਨਮਾਂ ਦੀ, ਕੋਈ ਚੰਗੇ ਕਰਮ ਕੀਤੇ ਹੋਣ, ਸਤਿਗੁਰੂ ਜੀ ਦਾ ਮਿਲਾਪ ਹੋ ਜਾਂਦਾ ਹੈ। ਜਦੋਂ ਸਤਿਗੁਰਾਂ ਦਾ ਮਿਲਾਪ ਹੋ ਜਾਂਦਾ ਹੈ, ਇਹ ਜੀਭਾ, ਇਹ ਰਸਨਾ ਫਿਰ ਜਪਦੀ ਹੈ ਸਤਨਾਮ ਸ੍ਰੀ ਵਾਹਿਗੁਰੂ। ਹਰ ਕੇ ਗੁਣ
ਨਿਤ ਰਸਨਾ ਗਾਇਆ। ਰਸਨਾ ਦੇ ਨਾਲ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਸੰਤ ਹੋ ਜਾਂਦਾ ਹੈ ਬੰਦਾ ਸਤਿਗੁਰਾਂ ਦੀ ਸੰਗਤ ਕਰ ਕਰਕੇ ਪ੍ਰਵਾਨ ਹੋ ਜਾਂਦਾ ਹੈ। ਹੁਕਮ ਹਨ ਹਰ ਕੇ ਸੰਤ ਸਦਾ ਪਰਵਾਨ, ਸੰਤ ਜਨਾ ਮਸਤਕ ਨੀਸਾਨ। ਉਹਨਾਂ ਦੇ ਮਸਤਕ ਤੇ ਨਿਸ਼ਾਨ ਹੋ ਜਾਂਦਾ ਹੈ, ਦਰਗਾਹ ਦੇ ਵਿੱਚ ਮਾਣ ਪ੍ਰਾਪਤ ਕਰਦੇ ਹਨ। ਦਾਸ ਕੀ ਰੇਣ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮ ਗਤ ਹੋਏ। ਨਾਨਕ ਤਿਸ ਕੀ ਪਰਮ ਗਤ ਹੋਏ। ਸਾਧ ਸੰਗਤ ਦੇ ਚਰਨਾਂ ਦੀ ਰੇਣ, ਚਰਨ ਧੂੜ ਕੋਈ ਪਾ ਲੈਂਦਾ ਹੈ। ਦਾਸ ਕੀ ਰੇਣ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮਗਤ ਹੋਏ। ਉਹਦਾ ਭਲਾ ਹੋ ਜਾਂਦਾ ਹੈ। ਪਿਆਰਿਓ, ਸਮਾਂ ਹੋ ਗਿਆ ਹੈ। 897 ਅੰਗ ਹੈ। 897 ਤੁਸੀਂ ਆਪ ਪੜ੍ਹਿਆ ਕਰੋ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦਾ ਅੰਗ ਦਾ ਸਰਾ ਦੱਸ ਦਿੰਦਾ ਹੈ। 897 ਸ਼ਬਦ ਹੈ ਰਾਮਕਲੀ ਮਹੱਲਾ ਪੰਜਵਾਂ। ਕੋਟ ਜਨਮ ਕੇ ਬਿਨ ਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ। ਗੁਰਬਾਣੀ ਪੜ੍ਹਦਿਆਂ ਤੁਕ, ਲਾ, ਕੰਨਾ, ਇਹ ਜਿਹੜੇ ਵਾਵਲ ਹਨ, ਸਿਹਾਰੀਆਂ, ਬਿਹਾਰੀਆਂ, ਔਂਕੜ, ਦਲੈਂਕੜ, ਦਾਸਰੇ ਪਾਸੋਂ ਕਈ ਵਾਰੀ ਸੁੱਧ ਨਹੀਂ ਪੜ੍ਹੇ ਜਾਂਦੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾਸਰਾ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹੈ, ਮੈਨੂੰ ਬਖਸ਼ ਦਿਓ। ਸੰਗਤ ਗੁਰੂ ਦਾ ਰੂਪ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਆਪ ਸਾਧ ਸੰਗਤ ਵੀ ਦਾਸਰੇ ਨੂੰ ਖਿਮਾ ਕਰ ਦਿਓ। ਨਾਮ ਜਪਿਆ ਕਰੋ, ਆਪਣੇ ਮਨ ਨੂੰ ਕਿਹਾ ਕਰੋ ਜਪ ਮਨ, ਸਤਨਾਮ ਸਦਾ ਸਤਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।